ਉਹਨੂੰ ਇਹ ਹੈ ਕਿ ਉਹਦੇ ਵਾਸਤੇ 10 ਜਾਂ 12 ਮੱਝਾਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ। ਉਹ ਤਕਰੀਬਨ 10 ਕਿਲੋ ਤੋਂ ਉੱਤੇ ਦੁੱਧ ਦੇਣ ਤੇ ਫਿਰ ਉਹਦੇ ਵਾਸਤੇ ਕਾਫੀ ਬਚਤ ਹੈ। ਜੇ ਅਗਰ ਉਹਦੇ ਥੱਲੇ ਦੇਣ ਤੇ ਫਿਰ ਉਹ ਨੁਕਸਾਨ ਦਾ। ਯਾਨੀ ਕਿ 10 ਕਿਲੋ ਅਗਰ ਦੁੱਧ ਦਿੰਦੀ ਹੈ ਇੱਕ ਮੱਝ ਇੱਕ ਟਾਈਮ ਦਾ। ਹਾਂਜੀ। ਤੇ ਫਿਰ 10 ਮੱਝਾਂ ਦਾ ਕਿੰਨਾ ਦੁੱਧ ਹੋ ਗਿਆ ਦਿਹਾੜੀ ਦਾ? 200 ਕਿਲੋ। 200 ਕਿਲੋ ਹੋ ਗਿਆ, ਯਾਨੀ 20 ਕਿਲੋ ਇੱਕ ਮੱਝ ਦਾ। ਹਾਂਜੀ 20 ਕਿਲੋ। ਤੇ ਉਹ ਕਿੰਨੇ ਕੁ ਪੈਸੇ ਬਣ ਜਾਣਗੇ? ਤਕਰੀਬਨ 20,000 ਰੁਪਇਆ ਡੇਲੀ ਦਾ। ਹਾਂਜੀ। 20,000 ਚ ਖਰਚ ਕਿੰਨਾ ਆ? ਖਰਚ 15,000 ਵੀ ਆ ਜਾਂਦਾ। ਠੀਕ ਹੈ। ਘੱਟ ਵੀ ਆ ਜਾਂਦਾ, 10 ਤੋਂ ਉੱਤੇ ਆ 12 ਆ ਜਾਂਦਾ, 13 ਆ ਜਾਂਦਾ, 15 ਐਂਡ 15 15 ਤੇ ਚਲੋ 15 ਹੀ ਲਾ ਲਓ। ਤੇ ਫਿਰ ਵੀ ਉਹ ਬੰਦਾ ਜਿਹੜਾ ਹੈ 5,000 ਰੁਪਇਆ ਇੱਕ ਦਿਨ ਦਾ ਕਮਾ ਲੈਂਦਾ ਹੈ ਔਰ ਮਹੀਨੇ ਦਾ 1.5 ਲੱਖ ਰੁਪਇਆ ਹੋ ਗਿਆ। ਹਾਂਜੀ। ਉਹਦਾ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੁੱਧ ਪਿਆਇਆ ਕਰੋ। ਅੱਛਾ। ਤੇ ਜ਼ਿਆਦਾ ਦੁੱਧ ਪਿਆਉਣ ਦਾ ਬੜਾ ਫਾਇਦਾ ਹੈ। ਇੱਕ ਤੇ ਉਹ ਜਾਨਵਰ ਬਹੁਤ ਜਲਦੀ ਜਵਾਨ ਹੁੰਦਾ ਤੇ ਦੂਸਰਾ ਪੱਠੇ ਵੀ ਜਲਦੀ ਖਾਣਾ ਸ਼ੁਰੂ ਕਰ ਦਿੰਦਾ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਇਹ ਜਿਹੜਾ ਜਾਨਵਰ ਤੁਹਾਡੇ ਕੋਲ ਇਸ ਟਾਈਮ ਇਹ ਕਿੰਨੇ ਚਿਰ ਦਾ? ਤਕਰੀਬਨ ਇਹਦੀ ਉਮਰ 5.5 ਜਾਂ 6 ਮਹੀਨੇ ਮਾਂ ਹੋ ਗਈ ਹੈ। ਅੱਛਾ, ਇਹ 5 ਤੋਂ 6 ਮਹੀਨੇ ਦੀ ਕੱਟੀ ਹੈ। ਹਾਂਜੀ। ਜ਼ਿੰਦਾਬਾਦ ਯਾਰ। ਇਹ ਵੇਖੋ ਜੀ ਨਾਜ਼ਰੀਨ। अस्सलाम वालेकुम। वालेकुम सलाम। और जवान की नाम है तेरा? फरहान। फरहान केड़ा पिंड है? इंगन। इंगन। अच्छा, कितनी देर तू जानवर तुसी रखे ने ਤੁਹਾਡੇ ਵਾਲਿਦ ਸਾਹਿਬ ਨੇ ਜਾਂ ਤੁਹਾਡੇ ਦਾਦਾ ਜੀ ਨੇ? ਤਕਰੀਬਨ ਮੈਂ ਛੋਟਾ ਜਿਹਾ ਤਾਂ ਉਸ ਟਾਈਮ ਦੇ ਰੱਖੇ ਨੇ। ਯਾਨੀ ਕਿ ਤੁਸੀਂ ਸਾਰੀ ਜ਼ਿੰਦਗੀ ਜਿੰਨੀ ਦੇ ਵਾਲਿਦ ਸਾਹਿਬ ਨੇ ਗੁਜ਼ਾਰੀ ਹੈ ਨਾ। ਜੀ ਜੀ। ਜਾਨਵਰ ਹੀ ਰੱਖੇ ਨੇ। ਸਹੀ ਹੋ ਗਿਆ। ਯਾਨੀ ਤੁਸੀਂ ਬਚਪਨ ਦੇ ਵਿੱਚ ਜਾਨਵਰ ਜਿਹੜੇ ਨੇ ਉਹ ਵੇਖਦੇ ਆ ਰਹੇ ਹੋ? ਹਾਂਜੀ। ਮਾਸ਼ਾਅੱਲਾ। ਤੇ ਕਿੰਨੇ ਇਸ ਟਾਈਮ ਤੁਹਾਡੇ ਕੋਲ ਜਾਨਵਰ ਨੇ? ਤਕਰੀਬਨ 10 ਜਾਨਵਰ ਨੇ। 10 ਜਾਨਵਰ ਤੇ ਇਹ ਵੱਡੇ ਸਾਨੂੰ ਨਜ਼ਰ ਆ ਰਹੇ ਨੇ ਮਾਸ਼ਾਅੱਲਾ। 2 ਛੋਟੇ ਨੇ। 2 ਛੋਟੇ, ਯਾਨੀ ਟੋਟਲ ਜਿਹੜੇ ਵਿੱਚ ਕਟੀਆਂ ਕੁੱਟੇ ਪਾ ਕੇ 12-13 ਬਣ ਜਾਂਦੇ ਨੇ। ਤਾਂ ਫਰਹਾਨ ਤੁਹਾਡੇ ਕੋਲ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ ਕਿੰਨੀਆਂ ਮੱਝਾਂ ਨੇ ਜਿਹੜੀਆਂ ਦੁੱਧ ਦੇ ਰਹੀਆਂ ਨੇ? 5 ਮੱਝਾਂ ਦੁੱਧ ਦੇਣ ਦੀਆਂ। ਤੇ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਕੋਲ ਅਗਰ ਕਿਸੇ ਜਾਨਵਰ ਨੇ ਦੁੱਧ ਦਿੱਤਾ ਹੈ ਜਾਂ ਦਿੰਦੀ ਹੈ ਵੀ ਉਹ ਕਿੰਨੇ ਕਿਲੋ ਦੇ ਛੱਡਦੀ ਹੈ ਦਿਨ ਦਾ? 10 ਕਿਲੋ ਦੇ ਛੱਡਦੀ ਇੱਕ ਟਾਈਮ ਦਾ। ਇੱਕ ਟਾਈਮ ਦਾ। ਅੱਛਾ, ਤੁਸੀਂ ਹੁਣ ਦੱਸਣਾ ਸਾਨੂੰ ਕਿ ਅਗਰ ਇੱਕ ਟਾਈਮ ਦਾ ਦੁੱਧ 10 ਕਿਲੋ ਦਵੇ ਇੱਕ ਮੱਝ ਤੇ 2 ਟਾਈਮ ਦਾ 20 ਕਿਲੋ ਹੋ ਗਿਆ ਤੇ ਕਿੰਨੇ ਰੁਪਏ ਕਿਲੋ ਦੁੱਧ ਤੁਹਾਡਾ ਵਿਕਦਾ ਇੱਥੇ? ਸਾਡੇ ਪਿੰਡ ਉਂਝ ਘਰਾਂ ਵਾਲੇ ਤੇ 100 ਰੁਪਇਆ ਲੈਂਦੇ ਨੇ ਤੇ ਆਮ ਬੰਦਾ ਜਿਹੜਾ ਦੁੱਧ ਹੀ ਨੇ ਉਹ 90 ਰੁਪਏ ਲੈਂਦੇ। ਅੱਛਾ। ਤੇ ਪੈਲੀ ਪੁਲੀ ਤੁਹਾਡੀ ਆਪਣੀ ਹੈ? ਹਾਂਜੀ, ਪੈਲੀ ਮਾਸ਼ਾਅੱਲਾ ਆਪਣੀ। ਕਿੰਨੀ ਪੈਲੀ ਹੈ ਤੁਹਾਡੀ ਟੋਟਲ? ਸਾਡੀ ਆਪਣੀ ਪੈਲੀ 27 ਕਿੱਲੇ ਜਾਂ 28 ਕਿੱਲੇ ਦੇ। ਮਾਸ਼ਾਅੱਲਾ, 27 ਤੋਂ 28 ਕਿੱਲੇ। ਹਾਂਜੀ, ਅੱਗੇ ਠੇਕੇ ਤੇ ਲਈ ਜੇ। ਠੀਕ ਹੈ। ਤੇ ਇਹ ਜਾਨਵਰਾਂ ਵਾਸਤੇ ਕਿੰਨੀ ਰੱਖਦੇ ਹੋ ਤੁਸੀਂ? ਤਕਰੀਬਨ 3 ਕਿੱਲੇ ਜਾਂ 4 ਕਿੱਲੇ। ਠੀਕ ਹੈ। ਤੁਸੀਂ ਦੱਸਿਆ ਕਿ ਤੁਹਾਡੇ 10 ਤੋਂ 15 ਜਾਨਵਰ ਨੇ ਛੋਟੇ ਵੱਡੇ ਸਾਰੇ ਪਾ ਕੇ। ਤੇ ਉਹ ਕਿੰਨਾ ਕੁ ਪੱਠਾ ਖਾ ਛੱਡਦੇ ਨੇ ਇੱਕ ਸੀਜ਼ਨ ਦਾ? ਇੱਕ ਸੀਜ਼ਨ ਦਾ? ਜੀ, ਯਾਨੀ 6 ਮਹੀਨਿਆਂ ਦਾ। ਅਗਰ ਤੁਸੀਂ ਕਿੰਨੀ ਕੁ ਪੈਲੀ ਬੀਜਦੇ ਹੋ 6 ਮਹੀਨਿਆਂ ਵਾਸਤੇ? 6 ਮਹੀਨਿਆਂ ਵਾਸਤੇ 5 ਕਿੱਲੇ ਵੀ ਬੀਜਦੇ, 4 ਕਿੱਲੇ ਵੀ ਜਾਂ 3 ਕਿੱਲੇ ਵੀ। ਇਸ ਤਰ੍ਹਾਂ 4 ਕਿੱਲੇ ਕਿਉਂ, 3 ਕਿੱਲੇ ਕਿਉਂ ਤੇ 5 ਕਿੱਲੇ ਕਿਉਂ? 4 ਕਿੱਲੇ ਜੇ ਅਗਰ ਜਗ੍ਹਾ ਥੋੜੀ ਹੈ ਤਾਂ ਉਹਦੇ ਵਾਸਤੇ 4 ਕਿੱਲੇ ਵੀ, ਨਹੀਂ ਤੇ 5-5 6-6 ਕਿੱਲੇ ਵੀ। ਹੁਣ ਇਸ ਟਾਈਮ ਅਸੀਂ ਪੱਠੇ ਤਕਰੀਬਨ 15 ਕਿੱਲੇ ਬੀਜੇ ਨੇ। 15 ਕਿੱਲੇ ਪੱਠੇ ਬੀਜੇ ਨੇ। ਠੀਕ ਹੋ ਗਿਆ। ਤੇ 15 ਕਿੱਲੇ ਜ਼ਿਆਦਾ ਨਹੀਂ ਪੱਠੇ? ਜ਼ਿਆਦਾ, ਉਹਦੇ ਵਿੱਚ ਕੁਝ ਅਸੀਂ ਵੇਚ ਛੱਡਨੇ ਨਾ। ਸਹੀ ਹੈ। ਤੇ ਪੱਠੇ ਤੁਸੀਂ ਵੇਚਦੇ ਵੀ ਹੋ ਨਾਲ? ਇਹ ਵੀ ਨਾਲ ਕਾਰੋਬਾਰ ਹੈ ਕਿਉਂਕਿ ਜ਼ਮੀਨ ਤੁਹਾਡੇ ਕੋਲ ਜ਼ਿਆਦਾ ਹੈ। ਤੇ ਕੀ ਕਿਸ ਭਾਅ ਤੁਸੀਂ ਪੱਠੇ ਵੇਚਦੇ ਹੋ? ਪੱਠੇ 8,000 ਵੀ ਕਨਾਲ ਵੇਚ ਲਈਦੇ ਨੇ, 10 ਤੋਂ ਵੀ 4-5-6 ਇਸ ਤਰ੍ਹਾਂ ਜਿੱਥੇ ਵੀ ਜਿਸ ਤਰ੍ਹਾਂ ਦੇ ਪੱਠੇ ਹੁਣ ਚੰਗੇ ਨੇ ਤੇ ਚੰਗੇ ਜ਼ਿਆਦਾ ਰੇਟ, ਤੇ ਹਲਕੇ ਨੇ ਤੇ ਹਲਕਾ ਰੇਟ। ਸਹੀ ਹੈ। ਤੇ ਕਿੰਨਾ ਤੁਹਾਡਾ ਮਤਲਬ ਇੱਕ ਅਗਰ ਵੇਖਿਆ ਜਾਏ ਕਿ ਜਾਨਵਰਾਂ ਤੋਂ ਇਲਾਵਾ ਜਿਹੜੇ ਤੁਹਾਡੀ ਜ਼ਮੀਨ ਦੇ ਪੱਠੇ ਨੇ ਉਹ ਸੀਜ਼ਨ 'ਚ ਕਿੰਨੇ ਕੁ ਤੁਹਾਨੂੰ ਪੈਸੇ ਦੇ ਜਾਂਦੇ ਨੇ? ਤਕਰੀਬਨ ਇੱਕ ਫਸਲ ਬਚ ਜਾਂਦੀ ਹੈ, ਉਹਦੇ ਵਿੱਚ 2 ਫਸਲਾਂ, ਇੱਕ ਚਾਵਲ ਦੀ ਫਸਲ ਤੇ ਇੱਕ ਸ਼ਟਾਲੇ ਦੀ ਬੀਜ ਲਈਦੀ ਹੈ। ਅੱਛਾ। ਤੇ ਇੱਕ ਫਸਲ ਬਚ ਜਾਂਦੀ ਹੈ, ਚਾਵਲ ਦੀ ਫਸਲ ਬਚ ਜਾਂਦੀ। ਸਾਰਾ ਖਰਚਾ ਦੋਨੋਂ ਸਾਰੇ ਸਾਲ ਦਾ ਖਰਚਾ ਨਿਕਾਲ ਕੇ ਨਾ ਜੀ ਜੀ ਤੇ ਇੱਕ ਫਸਲ ਬਚ ਜਾਂਦੀ। ਠੀਕ ਹੋ ਗਿਆ। ਯਾਨੀ ਤੁਹਾਡਾ ਕਹਿਣਾ ਕਿ ਜਿਹੜੀ ਫਸਲ ਚਾਹੇ ਗੰਦਮ ਲੈ ਲਓ ਚਾਹੇ ਚਾਵਲ ਲੈ ਲਓ ਉਹ ਮੁਕੰਮਲ ਉਹ ਬਚਤ ਹੈ। ਹਾਂਜੀ, ਇੱਕ ਬਚਤ। ਠੀਕ ਹੋ ਗਿਆ। ਤੇ ਉਹ ਪੈਸੇ ਕਿੰਨੇ ਕੁ ਅਗਰ ਤੁਸੀਂ ਦੱਸਣਾ ਚਾਹੋ ਮੋਟੇ ਕਿੰਨੇ ਕੁ ਉਦੋਂ ਤੁਸੀਂ ਅਰਨ ਕਰ ਲੈਂਦੇ ਹੋ? ਤਕਰੀਬਨ ਇੱਕ ਪੈਲੀ ਅਲੱਗਾ ਉਹਦੇ ਵਿੱਚ ਅਸੀਂ 10 ਜਾਂ 12 ਲੱਖ ਰੁਪਇਆ 20 ਸਾਲ ਦਾ ਬਚ ਜਾਂਦਾ, 10 ਕਿੱਲਿਆਂ ਦਾ। ਠੀਕ ਹੈ। ਤੇ ਇਹ ਤੇ ਹੋ ਗਿਆ ਜ਼ਮੀਨ ਦੀ ਕਹਾਣੀ। ਲੇਕਿਨ ਦੱਸੋ ਕਿ ਜਿਹੜੇ ਜਾਨਵਰ ਨੇ ਅਗਰ ਕੋਈ ਇੱਕ ਨਵਾਂ ਬੰਦਾ ਰੱਖਣਾ ਚਾਹੁੰਦਾ ਹੈ ਔਰ ਉਹਦੇ ਕੋਲ ਇੰਨੀ ਜ਼ਮੀਨ ਨਹੀਂ ਹੈ ਤੇ ਘੱਟ ਤੋਂ ਘੱਟ 15 ਜਾਨਵਰਾਂ ਵਾਸਤੇ ਉਹਦੇ ਕੋਲ ਕਿੰਨੀ ਕੁ ਜ਼ਮੀਨ ਹੋਣੀ ਚਾਹੀਦੀ ਹੈ ਤਾਂ ਕਿ ਉਹਨੂੰ ਪੱਠੇ ਮੁੱਲ ਦੇ ਨਾਲ ਲੈਣੇ ਪੈਣ? ਤਕਰੀਬਨ 5 ਜਾਂ 6 ਕਿੱਲੇ ਜਾਂ ਇਹਦੇ ਉੱਤੇ ਵੀ ਹੋ ਸਕਦੀ ਹੈ। ਅੱਛਾ। ਤਾਂ ਫਿਰ ਉਹਨੂੰ ਪੱਠੇ ਮੁੱਲ ਨਹੀਂ ਲੈਣੇ ਪੈਣਗੇ? ਫਿਰ ਨਹੀਂ ਮੁੱਲ ਲੈਣੇ ਪੈਣਗੇ। ਸਹੀ ਹੋ ਗਿਆ। ਹੁਣ ਇਹ ਵੀ ਦੱਸੋ ਕਿ ਜਿਹੜੇ ਲੋਕ ਮੁੱਲ ਲੈ ਕੇ ਕਾਰੋਬਾਰ ਕਰਦੇ ਨੇ ਉਹ ਕਿੰਨੀ ਕੁ ਬਚਤ ਕਮਾ ਸਕਦੇ ਨੇ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਜਾਨਵਰ ਇਸ ਟਾਈਮ ਜਿਹੜੀ ਚੰਗੀ ਮੱਝ ਉਹ 10 ਕਿਲੋ ਦੁੱਧ ਇੱਕ ਟਾਈਮ ਦਾ ਦਿੰਦੀ ਹੈ ਤੇ ਅਗਰ ਉਹ ਦਿਹਾੜੀ ਦਾ 2,000 ਕਮਾਉਂਦੀ ਹੈ ਤੇ ਉਹ ਖਾਂਦੀ ਕਿੰਨਾ? ਉਹ ਖਾਂਦੀ ਵੀ 2,000 ਤੋਂ ਤਕਰੀਬਨ 1,500 ਤੱਕ ਖਾੜਦੀ ਦਿਹਾੜੀ ਦਾ। ਯਾਨੀ ਖੁੱਲਾ ਡੁੱਲਾ ਅਗਰ ਖਾਏ ਤੇ 1,500 ਚ ਕੀ ਸ਼ਾਮਲ ਕਰੀਏ? ਉਹਦੇ ਵਿੱਚ ਤੂੜੀ ਵੀ ਤੇ ਪੱਠੇ ਤੇ ਵੰਡਾ। ਅੱਛਾ। ਤੇ ਮੁਲਾਜ਼ਮਾਂ ਦੀ ਤਨਖਾਹ ਵੀ ਜਿਨ੍ਹਾਂ ਨੇ ਪੱਠੇ ਪਾਣੇ ਨੇ। ਠੀਕ ਹੈ। ਇਸ ਤਰ੍ਹਾਂ ਨਾ ਉਹ 1,500 ਰੁਪਇਆ ਇੱਕ ਦਿਨ ਦਾ ਖਾੜਦੀ ਜੇ ਅਗਰ 2,000 ਰੁਪਏ ਦਾ ਦੁੱਧ ਦੇਣ ਡਈ ਰੋਜ਼ਾਨਾ ਦਾ। ਅੱਛਾ। ਤੇ 500 ਬਚਤ ਹੈ? ਹਾਂਜੀ। ਤੇ ਇਸ ਬਚਤ ਨੂੰ ਅਗਰ ਵਧਾਉਣਾ ਹੈ ਤਾਂ ਕੀ ਕਰੀਏ?
ਸਰ ਇਸ ਬਚਤ ਨੂੰ ਵਧਾਉਣਾ ਹੋਏ ਤੇ ਫਿਰ ਇਹਦੇ ਵਾਸਤੇ ਵੰਡਾ ਇਜ਼ਾਫੀ ਪਾਉਣਾ ਪਏਗਾ। ਅੱਛਾ, ਤੇ ਕਿੰਨਾ ਕੁ ਵੰਡਾ ਪਾਈਏ ਤੇ ਬਚਤ ਵੱਧ ਜਾਏਗੀ? ਤਕਰੀਬਨ ਇੱਕ ਟਾਈਮ ਦਾ 5 ਕਿਲੋ ਜਾਂ 6 ਕਿਲੋ ਇੱਥੇ ਇੱਕ ਦੋਨੋਂ ਟਾਈਮ ਪਾਉਣਾ ਚਾਹੀਦਾ। ਤੇ ਫਿਰ ਉਹ ਦੁੱਧ ਜਿਹੜਾ ਵੀ ਉਹ ਲੈ ਜਾਏਗੀ ਜੇ ਅਗਰ 10 ਕਿਲੋ ਦਿੰਦੀ ਹੈ ਤਾਂ 12 13 15 ਤੱਕ ਵੀ ਤੁਰ ਜਾਏਗਾ। ਅੱਛਾ, ਹਾਂਜੀ ਠੀਕ ਹੋ ਗਿਆ। ਤੇ ਯਾਨੀ ਕਿ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜਿੰਨਾ ਤੁਸੀਂ ਮੱਝ ਦੇ ਉੱਤੇ ਲਾਓਗੇ ਉਹਨਾਂ ਤੁਹਾਨੂੰ ਵਾਪਸ ਦੇ ਮਿਲੇਗਾ। ਠੀਕ ਹੈ। ਤੇ 15 ਜਦੋਂ ਤੁਸੀਂ ਦੱਸਿਆ ਕਿ 1500 ਰੁਪਈਆ ਖਾਈ ਜਾਂਦੀ ਹੈ, ਹਾਂਜੀ ਜ਼ਰਾ ਸਾਡੇ ਨਾਜ਼ਰੀਨ ਨੂੰ ਇਹ ਵੀ ਦੱਸਿਓ ਔਰ ਖੁੱਲ੍ਹ ਕੇ ਗੱਲ ਕਰਨੀ ਜੇ ਸੱਚੀ ਤੇ ਖਰੀ, ਕਿ ਕਿਹੜੇ ਕਿਹੜੇ ਪੈਸੇ ਜਿਹੜੇ ਨੇ ਉਹ ਵਿੱਚ ਸ਼ਾਮਲ ਕੀਤੇ ਜਾਂਦੇ ਨੇ, ਤੇ ਫਿਰ 1500 ਜਿਹਦਾ ਹਿਸਾਬ ਕਿਤਾਬ ਦੱਸਿਓ ਸਾਨੂੰ। ਵੰਡਾ ਕਿੰਨੇ ਦਾ, ਉਹਦੇ ਵਿੱਚ ਤਨਖਾਹ ਕਿੰਨੀ, ਉਹਦੇ ਵਿੱਚ ਜਿਹੜਾ ਹੋਰ ਕੋਈ ਇਹਨੂੰ ਤੂੜੀ ਛੋੜੀ ਪੈਂਦੀ ਉਹ ਕਿੰਨੇ ਕਿੰਨੇ ਪੈਸੇ ਦੇ ਲੱਗਦੇ ਨੇ? 20 ਕਿਲੋ ਇੱਕ ਦਿਨ ਦੀ ਤੂੜੀ ਖਾੜਦਾ ਇੱਕ ਜਾਨਵਰ। ਤੇ 20 ਕਿਲੋ ਤੂੜੀ ਕਿੰਨੇ ਦੀ ਹੋਈ? ਤੇ ਇਸ ਟਾਈਮ 800 ਰੁਪਇਆ 900 ਰੁਪਇਆ ਵੀ ਤੂੜੀ ਦਾ ਰੇਟ ਹੈ। ਠੀਕ ਹੈ, ਮਨ ਦਾ। ਠੀਕ ਹੈ। ਤੇ ਉਹਦੇ ਵਿੱਚ ਯਾਨੀ ਕਿ ਫਿਰ 400 ਦੀ ਤੂੜੀ ਖਾ ਗਿਆ? ਹਾਂਜੀ, ਤੂੜੀ ਖਾੜਦਾ ਦੋਨੋਂ ਟਾਈਮ। ਜੇ ਅਗਰ ਤੂੜੀ ਪਾਓ ਤੇ ਜੇ ਅਗਰ ਵਿੱਚ ਪੱਠੇ ਹਰੇ ਆਣ ਤੇ ਉਹਦੇ ਵਿੱਚ ਅੱਧੀ ਕਰ ਲਓ ਤੂੜੀ, ਫਿਰ 10 ਕਿਲੋ ਵੀ ਖਾ ਸਕਦਾ। ਯਾਨੀ 200 ਰੁਪਏ ਦੀ ਤੂੜੀ ਹੋ ਗਈ, ਤੇ ਪੱਠੇ ਕਿੰਨੇ ਦੇ ਖਾ ਗਏ ਉਹ? ਪੱਠੇ ਵੀ 2 250 ਦੇ 300 ਦੇ ਇਸ ਤਰ੍ਹਾਂ। ਜੇ ਪੱਠੇ ਦਾ ਵੀ ਰੇਟ ਇੱਕ ਮਨ ਦਾ ਤਕਰੀਬਨ 300 ਜਾਂ 400 ਰੁਪਇਆ ਰੇਟ ਹੈ, 350 ਵੀ ਹੈ। ਤੇ ਮਨ ਪੱਠੇ ਖਾਈ ਜਾਂਦੀ ਹੈ? ਹਾਂਜੀ, ਮਨ ਪੱਠੇ ਸਕੂਨ ਨਾਲ ਖਾਈ ਜਾਂਦੀ। ਤੇ ਇਹ ਫਿਰ ਤਕਰੀਬਨ 500 ਰੁਪਇਆ ਹੋ ਗਿਆ ਤੂੜੀ ਦਾ ਤੇ ਪੱਠਿਆਂ ਦਾ। ਹਾਂਜੀ। ਤੇ ਉਹਦੇ ਵਿੱਚ ਵੰਡਾ ਕਿੰਨਾ, ਉਹਦੇ ਕਿੰਨੇ ਪੈਸੇ ਪਾਈਏ? ਵੰਡੇ ਦੇ ਵੀ ਤਕਰੀਬਨ 400-500 ਪਾ ਲਓ। ਯਾਨੀ ਇਹ ਹੋ ਗਏ ਦੋਨੋਂ ਟਾਈਮਾਂ ਦਾ 400 ਅਗਰ ਪਾਈਏ ਤਾਂ 900 ਹੋ ਗਿਆ, ਔਰ 500 ਅਗਰ ਪਾਈਏ ਤਾਂ ਫਿਰ 1000 ਹੋ ਬਣ ਗਿਆ। ਗਿਆ। ਤੇ ਜਿਹੜਾ ਉੱਤੇ ਲੇਬਰ ਜਿਹੜੇ ਬੰਦੇ ਨੇ ਕੰਮ ਕਰਨਾ ਉਹਦੀ ਕਿੰਨੀ ਕੁ ਦਿਹਾੜੀ ਐਵਰੇਜ ਨਿਕਲਣ ਦੀ? ਤਕਰੀਬਨ ਇੱਕ ਬੰਦਾ 20000 ਤੋਂ ਉੱਤੇ ਰਹਿੰਦਾ ਹੈ, 20000 22000 25000। ਠੀਕ ਹੈ। ਤੇ ਅਗਰ ਉਹ 22,000 ਰੁਪਏ ਲੈ ਰਿਹਾ ਪੈਸੇ ਨਗਦ, ਤੇ ਉਹ ਜ਼ਾਹਿਰ ਦਾ ਖਾਣ ਪੀਣ ਦਾ ਖਰਚ ਪਾ ਕੇ ਉਹਦੀ ਰਿਹਾਇਸ਼ ਪਾ ਕੇ 30 ਤੱਕ ਪਹੁੰਚ ਜਾਂਦਾ। ਠੀਕ ਹੋ ਗਿਆ। ਤੇ ਯਾਨੀ ਕਿ ਅਸੀਂ ਅਗਰ ਐਵਰੇਜ ਕੱਢੀਏ ਤੇ ਕੋਈ 200 ਰੁਪਇਆ ਉਹਦੀ ਦਿਹਾੜੀ ਪੈ ਜਾਂਦੀ ਹੈ ਇੱਕ ਡੰਗਰ ਵਾਸਤੇ। ਅਗਰ 10 ਨੇ ਤੇ ਫਿਰ ਅਗਰ ਉਹ 1000 ਰੁਪਇਆ ਦਿਹਾੜੀ ਲੈ ਰਿਹਾ ਤੇ ਫਿਰ ਉਹ 200 ਰੁਪਇਆ ਉਹਦਾ ਪਾਈਏ, ਤੇ ਜਾਂ 100 ਰੁਪਇਆ ਪਾਈਏ ਤੇ ਫਿਰ ਤੇ ਉਹਦੇ 10 ਦੇ ਪੂਰਾ ਆ ਗਿਆ। ਤੇ ਜੇ ਘੱਟ ਡੰਗਰ ਨੇ ਫਿਰ 200 ਪੈ ਗਿਆ। ਤੇ ਇਸ ਤੋਂ ਇਲਾਵਾ ਜਿਹੜਾ ਬਿਜਲੀ ਵਗੈਰਾ ਦਾ ਖਰਚੇ ਜਾਂ ਹੋਰ ਕੋਈ ਛੋਟਾ ਮੋਟਾ ਦਵਾਈਆਂ ਦਾ? ਇਹਦੇ ਵਾਸਤੇ ਪਾਣੀ ਪਿਆਣਾ ਇਹਨਾਂ ਨੂੰ ਜੀ, ਤੇ ਬਸ ਟੋਕਾ ਤੇ ਜਾਂ ਬਲਬ ਸ਼ਲਬ ਇਸ ਤਰ੍ਹਾਂ। ਹਵਾ ਗਰਮੀਆਂ ਦੇ ਵਿੱਚ ਪੱਖੇ ਚਲਾਈਦੇ ਨੇ। ਸਹੀ ਹੈ। ਯਾਨੀ ਉਹ ਵੀ ਅਗਰ ਐਡ ਕਰੀਏ ਤੇ ਕਿੰਨਾ ਕੁ ਬਿੱਲ ਤੁਹਾਨੂੰ ਆ ਜਾਂਦਾ ਹੈ ਮੈਕਸਿਮਮ, ਜਿਹੜਾ ਟੋਕੇ ਸ਼ੋਕੇ ਚਲਾ ਕੇ ਬਲਬ ਛਲਬ ਬਾਲ ਕੇ? ਤਕਰੀਬਨ 4 ਜਾਂ 5000। 4-5000 ਅਗਰ 5000 ਆਉਂਦਾ ਤੇ ਇਹਦਾ ਮਤਲਬ ਹੈ ਕਿ ਤੁਹਾਡੇ ਅਗਰ 10 ਡੰਗਰ ਨੇ ਤੇ ਫਿਰ ਉਹਨਾਂ ਦੀ ਐਵਰੇਜ ਅਸੀਂ ਉਹਦੇ ਤੇ ਕੱਢਾਂਗੇ ਤੇ ਫਿਰ ਉਹ ਤਕਰੀਬਨ ਪਰ ਡੰਗਰ 5000 ਹੈ, ਤੇ ਯਾਨੀ 500 ਰੁਪਈਆ ਪਰ ਡੰਗਰ ਤੇ ਆ ਜਾਂਦਾ। ਹਾਂਜੀ, ਠੀਕ ਹੈ। ਅਗਰ 5000 ਬਿੱਲ ਹੈ ਤੇ 10 ਡੰਗਰ ਨੇ ਤੇ ਫਿਰ 500 ਰੁਪਈਆ ਇੱਕ ਡੰਗਰ ਤੇ ਬਿੱਲ ਆ ਰਿਹਾ, ਖਰਚ ਆ ਰਿਹਾ। ਤੇ ਉਹ ਤੁਹਾਡੇ ਵਾਲੀ ਗੱਲ ਫਿਰ ਸਹੀ ਹੈ ਕਿ ਤਕਰੀਬਨ ਇਹ ਟੁਰ ਜਾਂਦੀ ਹੈ ਗੱਲ 1500 ਤੇ ਟੁਰ ਜਾਂਦੀ ਹੈ। ਨਾਜ਼ਰੀਨ, ਤੁਸੀਂ ਇਹਨਾਂ ਦੀ ਗੱਲ ਸੁਣੀ ਹੈ ਔਰ ਅਸੀਂ ਨਾਲ ਹਿਸਾਬ ਕਿਤਾਬ ਵੀ ਕੀਤਾ ਕਿ ਉਹਨਾਂ ਨੇ ਦੱਸਿਆ ਕਿ 500 ਰੁਪਏ ਦੇ ਪੱਠੇ ਨੇ, 500 ਰੁਪਏ ਦਾ ਵੰਡਾ ਹੈ, 100 ਰੁਪਏ ਦਿਹਾੜੀ ਇੱਕ ਮਜ਼ਦੂਰ ਦੀ ਲੱਗ ਜਾਂਦੀ ਹੈ, ਔਰ ਬਿੱਲ ਜਿਹੜਾ ਵੀ ਉਹ ਬਹੁਤ ਜ਼ਿਆਦਾ, ਕਿਉਂਕਿ ਪੱਠੇ ਵੀ ਕੁਤਰਨੇ ਨੇ, ਪਾਣੀ ਵੀ ਡਾਣਾ ਹੈ, ਬਲਬ ਵੀ ਬਲਣਾ ਹੈ, ਪੰਖਾ ਵੀ ਚੱਲਣਾ ਹੈ, ਇੰਨਾ ਖਰਚ ਆ ਜਾਂਦਾ ਹੈ। ਅੱਛਾ, ਤੁਸੀਂ ਦੱਸਿਆ ਕਿ ਵੰਡਾ ਇਹਨਾਂ ਨੂੰ ਅਗਰ ਅੱਛਾ ਪਾਓਗੇ ਤੇ ਦੁੱਧ ਵੀ ਜ਼ਿਆਦਾ ਵਧਣ, ਤੇ ਫਿਰ ਵੰਡੇ ਦਾ ਵੀ ਤਾਂ ਖਰਚ ਵੱਧ ਜਾਣਾ ਨਾ? ਹਾਂਜੀ, ਤੇ ਉਨੇ ਹੀ ਬੱਚੇ ਦੁੱਧ ਨੂੰ ਆ ਜਾਣੀ ਹੈ ਨਾ, ਦੁੱਧ ਵੀ ਉਹਨਾਂ ਜ਼ਾਫੀ ਦੇਣਾ ਹੈ। ਯਾਨੀ ਅਗਰ ਅਸੀਂ 400 ਰੁਪਏ ਦਾ ਵੰਡਾ ਪਾਉਂਦੇ ਹਾਂ ਪਏ, ਹਾਂਜੀ, ਤੇ ਕਿੰਨਾ ਵੰਡਾ ਕਰ ਲਈਏ? ਹੋਰ 800 ਦਾ ਕਰ ਲਈਏ? 800 ਦਾ ਕਰ ਲਓ ਤੇ ਦੁੱਧ ਵੀ ਉਹਨੇ ਜ਼ਿਆਦਾ, ਅਗਰ ਉਹ 10 ਕਿਲੋ ਦੇਣ ਦੀ 15 ਕਿਲੋ ਦੇ ਤਕਰੀਬਨ ਤੁਰ ਜੇ ਦੀ। ਠੀਕ ਹੋ ਗਿਆ। ਤੇ ਜ਼ਿਆਦਾ ਬਚਤ ਲੈਣੀ ਹੋਏ ਤੇ ਫਿਰ ਅਸੀਂ ਵੰਡਾ ਦੀ ਮਿਕਦਾਰ ਵਧਾ ਕੇ ਡੰਗਰ ਦੇ ਹਿਸਾਬ ਨਾਲ ਤੇ ਅਸੀਂ ਅੱਗੇ ਜਾ ਸਕਨੇ ਹਾਂ। ਜ਼ਬਰਦਸਤ, ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ। ਔਰ ਅੱਜ ਕੱਲ੍ਹ ਦੇ ਦੌਰ ਵਿੱਚ 2021 ਦੇ ਵਿੱਚ ਅਸੀਂ ਖਲੋਤੇ ਹਾਂ, ਅਸੀਂ ਗੱਲ ਕਰ ਰਹੇ ਹਾਂ, ਮਹਿੰਗਾਈ ਨੂੰ ਵੀ ਵੇਖੀਏ ਔਰ ਸਾਰੇ ਖਰਚੇ ਵੇਖੀਏ, ਤੇ ਫਿਰ ਤਕਰੀਬਨ ਇਹ ਜਿਹੜਾ ਅਸੀਂ ਹਿਸਾਬ ਲਾਇਆ ਇਹ ਬਣ ਜਾਂਦਾ ਹੈ। ਇਹ ਸਿਰਫ ਅਸੀਂ ਪਿੰਡ ਵਿੱਚ ਰਹਿ ਕੇ ਗੱਲ ਕਰਨੇ ਪਏ, ਤੇ ਇਹ ਜਿਨ੍ਹਾਂ ਦੀ ਜ਼ਮੀਨ ਆਪਣੀ ਹੈ ਉਹਦਾ ਤੋਂ ਹਿਸਾਬ ਦੱਸਿਆ ਹੈ, ਤੇ ਜਿਹੜੇ ਮੁੱਲ ਦੇ ਪੱਠੇ ਲੈ ਕੇ ਪਾਣਗੇ ਉਹਨਾਂ ਦਾ ਫਿਰ ਡਬਲ ਵੀ ਹੋ ਸਕਦਾ ਕੰਮ। ਠੀਕ ਹੋ ਗਿਆ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਕਿਹੜੀ ਨਸਲ ਦੇ ਜਾਨਵਰ ਨੇ ਇਸ ਟਾਈਮ? ਸਾਡੇ ਕੋਲ ਤੇ ਆਮ ਹੀ ਨੇ, ਤਕਰੀਬਨ ਨੀਲੀ ਰਾਵੀ ਭੈਂਸ ਹੀ ਮੰਨਦੇ ਨੇ। ਅੱਛਾ, ਯਾਨੀ ਮਿਕਸ ਤੁਹਾਡੇ ਕੋਲ ਫਾਰਮ ਹੈ? ਮਿਕਸ ਹੀ ਨੇ। ਤੇ ਇਸ ਟਾਈਮ ਜਿਹੜੀ ਤੁਹਾਡੀ ਮਹਿੰਗੀ ਤੋਂ ਮਹਿੰਗੀ ਮੱਝ ਉਹ ਕਿੰਨੇ ਦੀ ਹੈ? ਤਕਰੀਬਨ 2.5 ਤੋਂ 3 ਲੱਖ, 3.5 ਲੱਖ। ਅੱਛਾ, 3.5 ਲੱਖ ਵਾਲੀ ਵੀ ਹੈ ਵੇ? ਹਾਂਜੀ। ਜਿਹੜੀ ਤੁਹਾਡੇ ਕੋਲ 3.5 ਲੱਖ ਵਾਲੀ ਮੱਝ ਉਹ ਕਿੰਨਾ ਕੁ ਦੁੱਧ ਦੇ ਛੱਡਦੀ ਹੈ? ਉਹ ਤਕਰੀਬਨ 15 ਕਿਲੋ ਵੀ ਦੇ ਛੱਡਦੀ, 10 ਕਿਲੋ 12 ਕਿਲੋ ਇੱਥੇ ਕੀ। ਤੇ ਉਹ ਵਹਾ ਸਕਦੇ ਹੋ ਮੱਝ ਕਿੱਥੇ ਵੇ? ਹਾਂਜੀ, ਇਹ ਜੀ ਫਰਹਾਨ ਭਾਈ, ਇਹ ਵਾਲੀ ਮੱਝ ਤੁਸੀਂ ਦੱਸ ਦਿਓ ਪਏ ਕਿ ਤੁਹਾਡੇ ਕੋਲ ਕਿੰਨੇ ਲੱਖ ਦੀ ਹੈ? ਤਕਰੀਬਨ 3.5 ਲੱਖ। 3.5 ਲੱਖ ਰੁਪਏ ਦੀ, ਔਰ ਇਹ 15 ਕਿਲੋ ਦੁੱਧ ਦਿੰਦੀ ਹੈ ਵੀ। ਠੀਕ ਹੋ ਗਿਆ। ਤੇ ਇਹ ਨੀਲੀ ਰਾਵੀ ਦੀ ਲੱਗਦੀ ਹੈ ਵੀ? ਹਾਂਜੀ, ਨੀਲੀ ਰਾਵੀ ਭੈਂਸ। ਠੀਕ ਹੋ ਗਿਆ। ਤੇ ਉਹ ਜਿਹੜੀਆਂ ਦੂਜੀਆਂ ਨੇ ਪਰਾਂ, ਉਹ ਕਿੰਨਾ ਦਿੰਦੀਆਂ? 6 ਕਿਲੋ 7 ਕਿਲੋ ਫੀ ਟਾਈਮ ਇੱਕ ਵਕਤ ਦਾ। ਉਹ ਕਿਉਂ? ਉਹ ਕੁਛ ਉਹਨਾਂ ਦੇ ਬੱਚੇ ਵੀ ਨਾ। ਅੱਛਾ, ਇਹਦਾ ਬੱਚਾ ਨਹੀਂ ਹੈ। ਸਹੀ ਹੈ। ਯਾਨੀ ਜਿਹੜੇ ਬੱਚੇ ਵਾਲੀਆਂ ਨੇ ਕੁਝ ਦੁੱਧ, ਬੱਚਿਆਂ ਨੂੰ ਕਿੰਨਾ ਦੁੱਧ ਪਿਲਾ ਰਹੇ ਹੋ? ਬੱਚੇ ਨੂੰ ਤੱਕ ਅੱਧਾ ਦੁੱਧ।
ਯਾਨੀ ਅੱਧਾ ਜਿਹੜਾ ਵੀ ਦੁੱਧ ਅਗਰ ਮੱਝ ਦੇ ਰਹੀ ਹੈ 10 ਕਿਲੋ ਹਾਂਜੀ ਤੇ 5 ਕਿਲੋ ਬੱਚੇ ਨੂੰ ਪਿਲਾਉਂਦੇ ਹੋ ਪਏ 5 ਕਿਲੋ ਬੱਚੇ ਨੂੰ ਤੇ 5 ਕਿਲੋ ਚੋਇਲੀ ਦਾ। ਉਹ ਕਿਉਂ ਬੱਚੇ ਨੂੰ ਕਿਉਂ ਜ਼ਿਆਦਾ ਇੰਨਾ ਪਿਲਾਉਂਦੇ ਹੋ ਪਏ ਕਿੰਨੇ ਥਣ ਉਹਦੇ ਵਾਸਤੇ ਰੱਖਦੇ ਹੋ ਪਏ 2 ਬੱਚੇ ਨੂੰ ਤੇ 2 ਆਪੀ ਚੋਇਲੀ। ਕਿਹੜੇ ਥਣ ਬੱਚੇ ਵਾਸਤੇ ਪਿਛਲੇ ਜਾਂ ਅਗਲੇ ਇੱਕ ਅਗਲਾ ਤੇ ਇੱਕ ਪਿਛਲਾ। ਠੀਕ ਹੋ ਗਿਆ ਸਹੀ ਹੈ। ਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਬੱਚੇ ਨੂੰ ਅਗਰ ਇੰਨਾ ਦੁੱਧ ਪਿਲਾਈਏ ਤਾਂ ਨੁਕਸਾਨ 'ਚ ਚਲਾ ਜਾਂਦਾ ਤੁਸੀਂ ਫਿਰ ਨੁਕਸਾਨ ਕਿਸ ਨਾਲ ਬਰਦਾਸ਼ਤ ਕਰਦੇ ਪਏ ਨੁਕਸਾਨ ਨਹੀਂ ਹੁੰਦਾ ਸਾਨੂੰ ਤਾਂ ਨਹੀਂ ਮਹਿਸੂਸ ਹੁੰਦਾ ਤੇ ਉਹ ਉਨੇ ਹੀ ਬੱਚੇ ਤੋਂ ਬੱਚਾ ਵੀ ਦੇ ਦਿੰਦਾ ਨਾ ਸਹੀ ਹੈ ਥੋੜੀ ਦੇਰ ਬਾਅਦ ਉਹ ਬੱਚਾ ਜਵਾਨ ਹੋ ਜਾਂਦਾ। ਠੀਕ ਹੈ ਤੇ ਅਗਰ ਤੁਸੀਂ ਦੁੱਧ ਪਿਲਾਉਂਦੇ ਹੋ ਬੱਚੇ ਨੂੰ ਅੱਛਾ ਹਾਂਜੀ ਉਹਦੀ ਅੱਛੀ ਹਿਦਮਤ ਕਰਦੇ ਹੋ ਹਾਂਜੀ ਤੇ ਉਹਦੇ ਕੀੜੇ ਮਾਰ ਦਵਾਈਆਂ ਨੂੰ ਟਾਈਮ ਨਾਲ ਦਿੰਦੇ ਰਹਿੰਦੇ ਹੋ ਤੇ ਬੱਚਾ ਕਿੰਨੀ ਦੇਰ ਤੱਕ ਤੁਹਾਡਾ ਜਵਾਨ ਹੋ ਜਾਂਦਾ ਤਕਰੀਬਨ 1 ਸਾਲ ਦੇ ਵਿੱਚ 2.5 ਤੋਂ 3 ਮਣ ਦਾ ਹੋ ਜਾਂਦਾ। ਮਾਸ਼ਾਅੱਲਾ 1 ਸਾਲ ਵਿੱਚ 1 ਸਾਲ ਦੇ ਵਿੱਚ 2.5 ਤੋਂ 3 ਮਣ ਤਿੰਨ ਦਾ ਮਣ। ਤੇ 2.5 ਤੋਂ 3 ਮਣ ਦਾ ਜਿਹੜਾ ਕੱਟਾ ਵੇ ਉਹ ਕਿੰਨੇ ਦਾ ਵਿਕਦਾ ਪਿਆ ਇਸ ਟਾਈਮ 2.5 ਤੋਂ 3 ਮਣ 70 75 ਹਜ਼ਾਰ ਦਾ 70 ਤੱਕ 60 ਹਜ਼ਾਰ ਦਾ 60 ਤੋਂ ਉੱਤੇ ਵਿਕਦਾ। ਯਾਨੀ ਫਿਰ ਉਹ ਨੁਕਸਾਨ ਦੇਣਾ ਨਾ ਹੋਇਆ ਤੁਹਾਨੂੰ ਉਹ ਫਾਇਦਾ ਹੀ ਹੈ ਫਾਇਦਾ ਹੀ। ਠੀਕ ਹੋ ਗਿਆ। ਫਰਹਾਨ ਸਾਹਿਬ ਤੁਸੀਂ ਬੜੀ ਜ਼ਬਰਦਸਤ ਔਰ ਨਪੀਤਲੀ ਗੁਫ਼ਤਗੂ ਕੀਤੀ ਹੈ। ਉਮੀਦ ਹੈ ਕਿ ਤੁਹਾਡੀ ਗੱਲਬਾਤ ਤੋਂ ਜਿਹੜਾ ਤੁਸੀਂ ਹਿਸਾਬ ਦੱਸਿਆ ਅੱਜ ਕੱਲ੍ਹ ਦੇ ਮੌਜੂਦਾ ਦੌਰ ਦੇ ਹਾਲਾਤ ਦੇ ਤਨਾਜ਼ੁਰ ਵਿੱਚ ਸਾਡੇ ਨਾਜ਼ਰੀਨ ਨੂੰ ਸੁਣ ਕੇ ਤੇ ਅੱਛਾ ਵੀ ਲੱਗੇਗਾ ਔਰ ਉਹਨਾਂ ਨੂੰ ਮਾਲੂਮਾਤ ਜਿਹੜੀਆਂ ਤੁਸੀਂ ਦੇ ਰਹੇ ਹੋ ਉਹਦਾ ਫਾਇਦਾ ਵੀ ਮਿਲੇਗਾ ਤੇ ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ।